ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 20 ਜੂਨ 2014 6 ਹਾੜ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਮੇਨ ਇਸ਼ੂ। ਅੱਜ ਅਸੀਂ ਦੋ ਇਸ਼ੂ ਡਿਸਕਸ ਕਰਾਂਗੇ ਜੀ। ਪਹਿਲੇ ਦਾ ਸੰਬੰਧ ਯੂਨਾਈਟਿਡ ਨੇਸ਼ਨਸ ਦੀ ਇੱਕ ਸੰਸਥਾ ਹੈ ਜਿਹੜੀ ਕਿ ਬੱਚਿਆਂ ਦੇ ਹੱਕਾਂ ਬਾਰੇ ਜਿਹੜੀ ਹੈ ਉਹ ਪੂਰੀ ਜਾਗਰੂਕ ਹੈ, ਉਹਨੂੰ ਵਾਚ ਡੌਗ ਵੀ ਕਹਿੰਦੇ ਨੇ, ਔਰ ਉਸ ਦੀਆਂ ਰਿਪੋਰਟਸ ਦੁਨੀਆ 'ਚ ਕਿੱਥੇ ਕੀ ਹੋ ਰਿਹਾ ਹੈ ਬੱਚਿਆਂ ਦੇ ਨਾਲ ਉਸ ਬਾਰੇ ਬੜੀਆਂ ਪ੍ਰਮਾਣਿਤ ਮੰਨੀਆਂ ਜਾਂਦੀਆਂ ਜੀ। ਇਸ ਨੂੰ UN ਕਮੇਟੀ ਔਨ ਰਾਈਟਸ ਆਫ ਦਾ ਚਾਈਲਡ ਕਹਿੰਦੇ ਨੇ, ਔਰ ਇਸ ਕਮੇਟੀ ਦੇ ਵਿੱਚ 18 ਜਿਹੜੇ ਨੇ ਉਹ ਦੁਨੀਆ ਲੈਵਲ ਦੇ ਐਕਸਪਰਟ ਨੇ ਜਿਨ੍ਹਾਂ ਦੇ ਜ਼ਿੰਮੇ ਹੈ ਮੋਨੀਟਰਿੰਗ ਕਰਨਾ, ਮੋਨੀਟਰ ਹੁੰਦਾ ਜਿਨ੍ਹਾਂ ਨੇ ਦੇਖਣਾ ਹੈ ਇੰਪਲੀਮੈਂਟੇਸ਼ਨ ਆਫ ਇੰਟਰਨੈਸ਼ਨਲ ਚਿਲਡਰਨ ਰਾਈਟਸ ਟ੍ਰੀਟੀਜ਼। ਜੀ। ਕਿ ਹੁਣ ਭਾਰਤ ਸਮੇਤ ਦੁਨੀਆ ਦੇ 193 ਦੇਸ਼ ਜਿਹੜੇ UN ਦੇ ਮੈਂਬਰ ਨੇ, ਇਹਨਾਂ ਨੇ ਇੰਟਰਨੈਸ਼ਨਲ ਚਿਲਡਰਨ ਰਾਈਟਸ ਟ੍ਰੀਟੀਜ਼, ਇੰਟਰਨੈਸ਼ਨਲ ਬੱਚਿਆਂ ਦੇ ਹੱਕਾਂ ਦੀਆਂ ਸੰਧੀਆਂ ਦੇ ਉੱਤੇ ਦਸਤਖਤ ਕੀਤੇ ਹੋਏ ਨੇ। ਜੀ। ਔਰ ਇਹ ਜਿਹੜੀ ਬਾਡੀ ਹੈ UN ਦੀ, ਇਹ ਮੋਨੀਟਰ ਕਰਦੀ ਹੈ ਕਿ ਜਿਨ੍ਹਾਂ ਦੇਸ਼ਾਂ ਨੇ ਦਸਤਖਤ ਕੀਤੇ ਨੇ ਉਹਨਾਂ ਦੇ ਵਿੱਚ ਵਾਕਿਆ ਹੀ ਚਿਲਡਰਨ ਰਾਈਟ ਪ੍ਰੋਟੈਕਟ ਹੋ ਰਹੇ ਨੇ। ਬੱਚੇ ਬੱਚੀਆਂ ਜਿਹੜੇ ਨੇ 18 ਸਾਲ ਤੋਂ ਥੱਲੇ ਜਿਹੜੇ ਕਿ ਬੱਚੇ ਕੈਟਾਗਰੀ ਜਾਂ ਮਾਈਨਰ ਕੈਟਾਗਰੀ 'ਚ ਆਉਂਦੇ ਨੇ ਜੀ, ਉਹਨਾਂ ਨੂੰ ਜਿਹੜੀ ਹੈ ਉਹ ਵਾਕਈ ਪ੍ਰੋਟੈਕਸ਼ਨ ਮਿਲ ਰਹੀ ਹੈ। ਔਰ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹਨੇ ਭਾਰਤ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਹੈ ਉਸ ਦੇ ਲਈ ਸ਼ਬਦ ਹੀ ਉਹਨਾਂ ਨੇ ਜਿਹੜੀ ਟਾਈਮਜ਼ ਆਫ ਇੰਡੀਆ ਦੀ ਸਟੋਰੀ ਮੈਂ ਦੇਖੀ ਹੈ, ਉਹਦੀ ਹੈਡਲਾਈਨ ਹੈ UN ਵਾਚ ਡੌਗ ਐਕਿਊਜ਼ਸ ਇੰਡੀਆ ਆਫ ਡੀਰੈਲਿਕਸ਼ਨ ਆਫ ਡਿਊਟੀ ਓਵਰ ਰੇਪਸ। ਕਿ ਭਾਰਤ 'ਚ ਇੰਨੀ ਤੇਜ਼ੀ ਨਾਲ ਜਿਹੜੇ ਨੇ ਉਹ ਜ਼ਬਰ ਜਨਾਹ ਰੇਪ ਕੇਸਿਸ ਹੋ ਰਹੇ ਨੇ ਕਿ ਇਸ ਬਾਡੀ ਨੇ ਕਿਹਾ ਵੀ ਇਹ ਭਾਰਤ ਸਰਕਾਰ ਜਿਹੜੀ ਹੈ ਇਹ ਆਪਣੇ ਫਰਜ਼ਾਂ ਤੋਂ ਭਗੌੜੀ ਹੈ, ਉਹ ਆਪਣੀ ਜਿਹੜੀ ਹੈ ਡਿਊਟੀ ਨੂੰ ਨਿਭਾ ਨਹੀਂ ਰਹੀ। ਔਰ ਇਸ ਰਿਪੋਰਟ ਦੇ ਵਿੱਚ ਹੀ ਹੈ ਕਿ ਹਰ 22 ਮਿੰਟ ਬਾਅਦ ਭਾਰਤ ਦੇ ਵਿੱਚ ਇੱਕ ਰੇਪ ਹੁੰਦਾ, ਇੱਕ ਬਲਾਤਕਾਰ ਹੁੰਦਾ, ਇੱਕ ਜ਼ਬਰ ਜਨਾਹ ਹੁੰਦਾ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਅਲਾਰਮਡ ਬਾਈ ਸ਼ਬਦ ਯੂਜ਼ ਕਰਕੇ ਕਿਹਾ ਹੈ ਵਾਈਡ ਸਪਰੈਡ ਵਾਇਲੈਂਸ, ਅਬਿਊਜ਼ ਇਨਕਲੂਡਿੰਗ ਸੈਕਸ਼ੂਅਲ ਅਬਿਊਜ਼ ਐਂਡ ਨਿਗਲੈਕਟ ਆਫ ਚਿਲਡਰਨ। ਕਿ ਉੱਥੇ ਜਿਹੜਾ ਹੈ ਬੱਚਿਆਂ ਦੇ ਨਾਲ ਉਹਨਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ਜੀ, ਹਿੰਸਾ ਹੁੰਦੀ ਹੈ, ਖ਼ਾਸ ਤੌਰ 'ਤੇ ਬੱਚੀਆਂ ਦੇ ਖਿਲਾਫ ਜਿਹੜੀ ਸੈਕਸ਼ੂਅਲ ਵਾਇਲੈਂਸ ਹੈ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਵੀ ਡਾਟਾ ਜਿਹੜਾ ਇਸ ਰਿਪੋਰਟ ਮੁਤਾਬਕ ਹੈ ਕਿ ਜਿਹੜੇ 3 ਬੱਚੀਆਂ ਜਿਨ੍ਹਾਂ ਦੇ ਨਾਲ ਰੇਪ ਹੁੰਦਾ ਹੈ ਉਹਨਾਂ 'ਚੋਂ ਇੱਕ ਜਿਹੜੀ ਹੈ ਉਹ ਮਾਈਨਰ ਹੁੰਦੀ ਹੈ, ਯਾਨੀ ਕਿ ਉਹ 18 ਸਾਲ ਤੋਂ ਵੀ ਘੱਟ ਉਮਰ ਦੀ ਬੱਚੀ ਜਿਹੜੀ ਹੈ ਇਸ ਜ਼ਬਰ ਜਨਾਹ ਦਾ ਸ਼ਿਕਾਰ ਹੁੰਦੀ ਹੈ। ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਜੋ ਅਸੀਂ ਕਹਿ ਰਹੇ ਹਾਂ ਇਟ ਇਜ਼ ਟਿਪ ਆਫ ਐਨ ਆਈਸਬਰਗ। ਆਈਸਬਰਗ ਹੁੰਦਾ ਬਰਫ਼ ਦਾ ਤੋਦਾ, ਬੜਾ ਵੱਡਾ ਬਰਫ਼ ਦੇ ਤੋਦੇ ਬੜੇ ਜਿਹੜੇ ਨੇ ਵੱਡੇ ਆਕਾਰ ਦੇ ਹੁੰਦੇ ਨੇ ਜੀ। ਕਈ ਵਾਰੀ ਉਸ ਤੋਦੇ ਦਾ ਤੁਹਾਨੂੰ ਇੱਕ ਟਿਪ ਨਜ਼ਰ ਆ ਰਹੀ ਹੁੰਦੀ ਹੈ, ਪਰ ਜਿਉਂ ਤੁਸੀਂ ਉਹਦੇ ਵੱਲ ਦੇਖੋਗੇ ਜਾਂ ਉਹਦੇ ਪਤਾ ਨਹੀਂ ਕਿੰਨਾ ਡੀਪ ਹੈ, ਕਿਉਂਕਿ ਇਹਨੂੰ ਗਲੇਸ਼ੀਅਰ ਵੀ ਕਹਿੰਦੇ ਨੇ, ਜਿਹਨੂੰ ਤੋਦਾ ਅਸੀਂ ਕਹਿੰਦੇ ਹਾਂ ਅੰਗਰੇਜ਼ੀ 'ਚ ਗਲੇਸ਼ੀਅਰ ਕਹਿੰਦੇ ਨੇ ਜੀ। ਔਰ ਕਈ ਗਲੇਸ਼ੀਅਰ ਜਿਹੜੇ ਨੇ ਉਹਨਾਂ ਦਾ ਪਤਾ ਹੀ ਨਹੀਂ ਹੈ ਕਿੰਨਾ ਸਾਈਜ਼ ਹੈ। ਹੁਣ ਵੀ ਜਦੋਂ ਕਦੇ ਗਰਮੀਆਂ 'ਚ ਫਲੱਡ ਆ ਜਾਂਦੇ ਨੇ ਤਾਂ ਇਹ ਹੁੰਦਾ ਹੈ ਕਿ ਜੀ ਉਹ ਜਿਹੜੇ ਪਹਾੜਾਂ ਦੇ ਵਿੱਚ ਗਲੇਸ਼ੀਅਰ ਪਿਘਲ ਰਹੇ ਨੇ, ਨਹੀਂ ਕਿਉਂਕਿ ਉੱਥੇ ਹੀਟ ਇੰਨੀ ਕੁ ਹੈ ਵੀ ਉਹ ਪਾਣੀ ਆ ਜਾਂਦਾ, ਹਾਲਾਂ ਬਾਰਿਸ਼ਾਂ ਨਹੀਂ ਹੋਈਆਂ ਹੁੰਦੀਆਂ। ਤਾਂ ਟਿਪ ਆਫ ਐਨ ਆਈਸਬਰਗ ਅਸੀਂ ਇਹਨੂੰ ਪੰਜਾਬੀ 'ਚ ਕਹਾਂਗੇ ਕਿ ਇਹ ਤਾਂ ਗੋੜੇ 'ਚੋਂ ਪੂਣੀ ਛੋਹਣ ਵਾਲੀ ਗੱਲ ਹੈ ਜੀ। ਔਰ ਇਹ ਤਾਂ ਇੰਨਾ ਜ਼ਿਆਦਾ ਕ੍ਰਾਈਮ ਹੈ ਜਿਹੜਾ ਕਿ, ਔਰ ਮੈਂ ਇਸ ਖਬਰ ਨੂੰ ਹੀ ਕਿਉਂਕਿ ਇੰਡੀਅਨ ਨਿਊਜ਼ਪੇਪਰ ਨੇ ਦਿੱਤੀ ਹੈ, ਓਰੀਜਨਲ ਰਿਪੋਰਟ ਮੈਨੂੰ ਨਹੀਂ ਮਿਲ ਸਕੀ ਅਜੇ, ਸ਼ਾਇਦ ਉਹਨਾਂ ਨੇ ਪਬਲਿਸ਼ ਨਹੀਂ ਕੀਤੀ ਜਾਂ ਅਜੇ ਉਹਨਾਂ ਦੀ ਪਹਿਲਾਂ ਮੀਡੀਆ ਬਰੀਫਿੰਗ ਹੀ ਆਈ ਹੈ ਜੀ। ਔਰ ਕਿਉਂਕਿ ਇਹਨਾਂ ਨੇ ਵੀ ਕਾਫੀ ਕੁਛ ਵਿੱਚੋਂ ਸੈਂਸਰ ਕੀਤਾ ਹੋਣਾ, ਇਹਦੇ ਬਾਵਜੂਦ ਜੇ ਟਾਈਮਜ਼ ਆਫ ਇੰਡੀਆ ਨੇ ਵੀ ਇਹ ਖਬਰ ਜਿਸ ਤਰੀਕੇ ਨਾਲ ਵੀ ਦਿੱਤੀ ਹੈ ਉਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਦਿੱਲੀ ਜਿਹੜੀ ਹੈ ਉਹ ਰੇਪ ਕੈਪੀਟਲ ਹੈ ਇੰਡੀਆ ਦੀ, ਔਰ ਭਾਰਤ ਦੇ ਵਿੱਚ ਕੋਈ ਔਰਤ ਜਿਹੜੀ ਹੈ ਉਹ ਸੁਰੱਖਿਅਤ ਨਹੀਂ ਹੈ, ਤੇ ਉਦੋਂ ਫਿਰ ਬਹੁਤ ਵਾਰੀ ਹੁੰਦਾ ਜੀ ਅਸੀਂ ਬਾਇਸਡ ਹਾਂ। ਪਰ ਹੁਣ ਇਹ UN ਦੀ ਬਾਡੀ ਦੀ ਰਿਪੋਰਟ ਔਰ ਇੰਡੀਅਨ ਮੀਡੀਆ ਉਹਨੂੰ ਰਿਪੋਰਟ ਕਰ ਰਿਹਾ। ਟਾਈਮਜ਼ ਆਫ ਇੰਡੀਆ ਜਨੀਵਾ, ਕਿਉਂਕਿ ਉਹਨਾਂ ਦਾ ਹੈੱਡਕੁਆਰਟਰ ਜਨੀਵਾ ਹੈਗਾ ਇਸ ਬਾਡੀ ਦਾ ਜੀ, ਜਨੀਵਾ ਦੀ ਡੇਟਲਾਈਨ ਹੈ Indian law enforcement agencies and justice authorities have shirked their responsibility to fight sex attacks, a UN child rights watchdog said on Thursday amid uproar over the horrific gang rape and lynching of 2 girls। ਜੀ। ਕਿ ਭਾਰਤ ਦੇ
ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਔਰ ਨਿਆਂ ਦੇਣ ਵਾਲੀਆਂ ਜਿਹੜੀਆਂ ਅਥਾਰਟੀਜ਼ ਨੇ ਉਹ ਆਪਣੀ ਜ਼ਿੰਮੇਵਾਰੀ ਤੋਂ ਭਗੌੜੀਆਂ ਨੇ। ਖਾਸ ਤੌਰ 'ਤੇ ਜਦੋਂ ਕਿ ਸੈਕਸ ਅਟੈਕ ਹੋ ਰਹੇ ਨੇ ਔਰ ਪਿਛਲੇ ਦਿਨਾਂ 'ਚ ਜਿਹੜਾ 2 ਬੱਚੀਆਂ ਨੂੰ ਲਿੰਚ ਕਰਕੇ, ਰੇਪ ਕਰਕੇ ਔਰ ਲਿੰਚ ਕਰਕੇ ਮਾਰਿਆ ਗਿਆ, ਉਸ ਤੋਂ ਬਾਅਦ ਜਿਵੇਂ ਕਿ ਬੜਾ ਹੋ ਹੱਲਾ ਮਚਿਆ ਹੋਇਆ। There has been a dereliction of duty in relation to rape cases, said Beniarn Mesmer, Deputy Chairman of the UN Committee on the Rights of the Child। ਇਹ ਕਮੇਟੀ ਦਾ ਜਿਹੜਾ ਡਿਪਟੀ ਹੈ ਉਸ ਦਾ ਨਾਮ ਮਿਸਟਰ ਬੈਨੀਅਮ ਮੈਜ਼ਮਰ ਹੈ, ਉਹਨੇ ਇਹ ਗੱਲ ਕਹੀ ਹੈ ਜੀ। India has been struggling to overcome its reputation for sexual violence since the fatal gang rape of a student in New Delhi in December 2012, which sparked mass protests and drew international condemnation of India's treatment of women। ਹੁਣ ਇਹ ਵੇਰਵਾ ਦਿੱਤਾ ਕਿ ਕਿਵੇਂ ਦਸੰਬਰ 2012 ਦੇ ਵਿੱਚ ਇੱਕ ਚਲਦੀ ਬੱਸ ਦੇ ਵਿੱਚ ਇੱਕ ਬੱਚੀ ਦੇ ਨਾਲ ਜੋ ਹੋਇਆ ਔਰ ਕਿਵੇਂ ਉਹਨੂੰ ਮਾਰ ਕੇ ਸੁੱਟਤਾ ਗਿਆ ਔਰ ਉਸ ਤੋਂ ਬਾਅਦ ਕਿੰਨਾ ਪ੍ਰੋਟੈਸਟ ਹੋਏ। ਉਹਨਾਂ ਨੇ ਕਿਹਾ ਵੀ ਉਸ ਤੋਂ ਬਾਅਦ ਲਗਾਤਾਰਤਾ ਦੇ ਨਾਲ ਇਹ ਜਿਹੜਾ ਇਸ਼ੂ ਹੈ ਇਹ ਲੋਕਾਂ ਦੇ ਵਿੱਚ ਆ ਰਿਹਾ ਔਰ ਇਸ ਬਾਰੇ ਜਿਹੜੀ ਹੈ ਚਾਰੋਂ ਪਾਸੇ ਉਸ ਕੇਸ ਦੀ ਵੀ ਦੁਨੀਆ ਭਰ ਦੇ ਵਿੱਚ ਕੰਡੈਮਨੇਸ਼ਨ ਹੋਈ ਸੀ। Public outrage was reignited last month by the deaths of 2 girls aged 12 and 14 who were gang raped and lynched in their impoverished village in the northern state of Uttar Pradesh। ਉਹਨਾਂ ਨੇ ਕਿਹਾ ਵੀ ਜਸਟ ਪਿਛਲੇ ਮਹੀਨੇ ਹੀ ਉੱਤਰ ਪ੍ਰਦੇਸ਼ ਦੇ ਇੱਕ ਬੜੇ ਗਰੀਬੀ ਮਾਰੇ ਪਿੰਡ ਦੇ ਵਿੱਚ 2 ਬੱਚੀਆਂ 12 ਤੇ 14 ਸਾਲ ਦੀਆਂ ਜਿਨ੍ਹਾਂ ਨੂੰ ਜਿਹੜਾ ਹੈ ਉਹਨਾਂ ਦੇ ਨਾਲ ਗੈਂਗ ਰੇਪ ਕੀਤਾ ਗਿਆ ਔਰ ਉਹਨਾਂ ਨੂੰ ਮਾਰ ਦਿੱਤਾ ਗਿਆ, ਲਿੰਚ ਕੀਤਾ ਗਿਆ ਜੀ। A string of other headline making cases have piled pressure on the authorities। ਹੋਰ ਵੀ ਬਹੁਤ ਸਾਰੇ ਕੇਸ ਹੋ ਰਹੇ ਨੇ ਔਰ ਅਥਾਰਟੀਜ਼ ਦੇ ਉੱਤੇ ਦਬਾਅ ਵੱਧ ਰਿਹਾ। The UN committee is made up of 18 independent experts who monitor the implementation of international children rights treaties। ਮੈਂ ਪਹਿਲਾਂ ਦੱਸਿਆ ਕਿ 18 ਇਹਦੇ ਚ ਮਾਹਿਰ ਨੇ। The panel held a hearing with Indian officials earlier this month। ਇਸ ਪੈਨਲ ਨੇ ਭਾਰਤ ਦੇ ਅਧਿਕਾਰੀਆਂ ਦੇ ਨਾਲ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਇੱਕ ਜਿਹੜੀ ਹੈ ਓਪਨ ਹੀਅਰਿੰਗ ਕੀਤੀ। In its conclusion on that session released on Thursday, ਇਸ ਹੀਅਰਿੰਗ ਤੋਂ ਬਾਅਦ ਜਿਹਦੇ ਚ ਭਾਰਤੀ ਅਧਿਕਾਰੀਆਂ ਨੇ ਆਪਣਾ ਕੇਸ ਦਿੱਤਾ ਹੈ ਉਸ ਤੋਂ ਬਾਅਦ ਇਹ ਰਿਪੋਰਟ ਰਿਲੀਜ਼ ਕੀਤੀ ਗਈ ਹੈ। It said it was alarmed by widespread violence, abuse including sexual abuse and neglect of children। ਸੋ ਭਾਰਤੀਆਂ ਨੇ ਤਾਂ ਆਪਣਾ ਬੜਾ ਕਵਰ ਅਪ ਕੀਤਾ ਹੋਣਾ ਅਥਾਰਟੀਜ਼ ਨੇ। ਇਹਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਬੜੀ ਸ਼ੌਕਿੰਗ ਗੱਲ ਹੈ ਕਿ ਕਿਸ ਲੈਵਲ ਦੇ ਉੱਤੇ ਉੱਥੇ ਹਿੰਸਾ ਹੋ ਰਹੀ ਹੈ ਔਰ ਸੈਕਸ਼ੂਅਲ ਅਬਿਊਜ਼ ਹੋ ਰਿਹਾ ਔਰ ਬੱਚਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ। It pointed to data showing that 1 in 3 rape victims of India is a minor and that half of the abusers were known to the child or in a position of trust and responsibility। ਕਿ ਹਰ 3 ਬੱਚੀਆਂ ਚੋਂ ਜਿਨ੍ਹਾਂ ਦੇ ਨਾਲ ਇਹ ਜ਼ਬਰ ਜ਼ਨਾ ਹੁੰਦਾ ਹੈ ਇੱਕ ਮਾਈਨਰ ਹੈ ਜੀ ਔਰ ਅੱਧੇ ਜਿਹੜੇ ਇਦਾਂ ਦਾ ਕੰਮ ਅਬਿਊਜ਼ ਕਰਨ ਵਾਲੇ ਨੇ ਉਹ ਬਾਹਰਲੇ ਨਹੀਂ ਨੇ, ਆਪਣੇ ਹੀ ਨੇ ਜਿਨ੍ਹਾਂ ਨੂੰ ਕਿ ਉਹ ਜਾਣਦੀਆਂ ਹੁੰਦੀਆਂ ਨੇ, ਉਹ ਰਿਸ਼ਤੇਦਾਰ ਵੀ ਜਾਂ ਫੈਮਿਲੀ ਫਰੈਂਡ ਕੋਈ ਵੀ ਹੋ ਸਕਦੇ ਨੇ ਜੀ। We are not only interested about those cases that attract international media attention, said Mesmer, who hails from Ethiopia and is a human rights law lecturer at University of Western Cape in South Africa। ਇਹ ਉਹਦਾ ਜ਼ਿਕਰ ਹੈ ਮਿਸਟਰ ਮੈਜ਼ਮਰ ਦਾ ਜਿਹੜਾ ਕਿ ਪ੍ਰੋਫੈਸਰ ਲੈਕਚਰਰ ਹੈ ਯੂਨੀਵਰਸਿਟੀ ਆਫ ਵੈਸਟਰਨ ਕੇਪ ਸਾਊਥ ਅਫਰੀਕਾ। ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਉਹਨਾਂ ਕੇਸਾਂ ਦੀ ਗੱਲ ਨਹੀਂ ਕਰ ਰਹੇ ਕਿ ਜਦੋਂ ਕੋਈ ਹੋਇਆ ਜਿਵੇਂ ਦਸੰਬਰ 2012 ਚ ਹੋਇਆ ਔਰ ਉਹਨੂੰ ਇੰਟਰਨੈਸ਼ਨਲ ਜਿਹੜੀ ਹੈ ਉਹ ਬੜੀ ਮਾਨਤਾ ਮਿਲੀ। ਉਹਨਾਂ ਨੇ ਕਿਹਾ ਕਿ ਹੀ ਸੈਡ ਦੇ ਵਰ ਦਾ ਟਿਪ ਆਫ ਦਾ ਆਈਸਬਰਗ। ਉਹ ਜਿਹੜੇ ਕੇਸ ਸਾਹਮਣੇ ਆਉਂਦੇ ਨੇ ਉਹ ਤਾਂ ਤੋਦੇ ਦਾ ਇੱਕ ਨੁੱਕਰ ਹੈ, ਉਹਦੇ ਪਿੱਛੇ ਬਹੁਤ ਵੱਡਾ ਤੋਦਾ ਹੈ, ਬਹੁਤ ਵੱਡਾ ਗਲੇਸ਼ੀਅਰ ਹੈ, ਯਾਨੀ ਕਿ ਬਹੁਤ ਵੱਡਾ ਇੱਕ ਉਹਨਾਂ ਨੇ ਫੜੇ ਹੋਏ ਨੇ ਜਿਹੜਾ ਪ੍ਰੋਟੈਸਟ ਕਰ ਰਹੀਆਂ ਨੇ ਬੀਬੀਆਂ ਉੱਥੇ ਉਹਦੇ ਉੱਤੇ ਇੱਕ ਬੈਨਰ ਹੈ ਰੇਪ ਆਫ ਵਿਮਨ ਐਨ ਐਪੀਡੈਮਿਕ ਟੂਡੇ ਕਿ ਅੱਜ ਇਹ ਇੱਕ ਐਪੀਡੈਮਿਕ ਬਣ ਗਿਆ, ਮਹਾਮਾਰੀ ਬਣ ਗਿਆ। ਇਹ ਨਹੀਂ ਹੈ ਵੀ ਇੱਕ ਥਾਂ ਔਰ ਇੰਨੇ ਕੇਸਿਸ ਰਿਪੋਰਟ ਜਿੰਨੇ ਹੁੰਦੇ ਨੇ ਇਹਦੇ ਨਾਲੋਂ 10 ਗੁਣਾ ਨੇ ਜਿਹੜੇ ਰਿਪੋਰਟ ਹੀ ਨਹੀਂ ਹੁੰਦੇ, ਜਿਹੜੇ ਕਿ ਮਾਪਿਓ ਭੈਣ ਭਰਾ ਦੜ ਵੱਟ ਕੇ ਚੁੱਪ ਕਰਕੇ ਦੜ ਵੱਟ ਲੈਂਦੇ ਨੇ ਕਿ ਵੀ ਕੱਲ ਨੂੰ ਇਹਦਾ ਵਿਆਹ ਨਹੀਂ ਹੋਣਾ, ਬਦਨਾਮੀ ਹੋਏਗੀ ਔਰ ਕਈ ਹਾਲਤਾਂ ਜੋ ਬੱਚੀਆਂ ਹੀ ਬਾਅਦ ਦੇ ਵਿੱਚ ਸੁਸਾਈਡ ਕਰ ਲੈਂਦੀਆਂ ਨੇ, ਆਤਮਘਾਤ ਕਰ ਲੈਂਦੀਆਂ ਜਿਨ੍ਹਾਂ ਦੀ ਕਦੇ ਰਿਪੋਰਟਿੰਗ ਨਹੀਂ ਹੁੰਦੀ ਜੀ। He said they were the tip of iceberg. We are also very much concerned about those that do not benefit from the media attention, do not get to be reported to the authorities, do not command a protest in the streets of the cities or the villages where they have been committed। ਉਹਨਾਂ ਨੇ ਕਿਹਾ ਜੀ ਬਹੁਤ ਸਾਰੇ ਉਹ ਨੇ ਜਿਨ੍ਹਾਂ ਵਿਚਾਰਿਆਂ ਨੂੰ ਕਦੇ ਉਹ ਅਥਾਰਟੀਜ਼ ਨੂੰ ਰਿਪੋਰਟ ਹੀ ਨਹੀਂ ਕਰਦੇ, ਕਦੇ ਉਹਨਾਂ ਦੇ ਲਈ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਕੋਈ ਵਿਖਾਵੇ ਨਹੀਂ ਹੁੰਦੇ ਔਰ ਇਹ ਰੇਪ ਅਕਰਸ ਐਵਰੀ 22 ਮਿੰਟਸ ਇਨ ਇੰਡੀਆ ਅਕੋਰਡਿੰਗ ਟੂ ਗਵਰਨਮੈਂਟ ਫਿਗਰ। ਇਹ ਸਰਕਾਰੀ ਫਿਗਰਸ ਨੇ
ਕਿ ਹਰ 22 ਮਿੰਟ ਬਾਅਦ ਭਾਰਤ ਦੇ ਵਿੱਚ ਇੱਕ ਰੇਪ ਹੁੰਦਾ ਹੈ। ਜੀ India brought in tougher laws last year against sexual offenders after the New Delhi gang rape। ਵੀ ਪਿਛਲੇ ਸਾਲ ਇੰਡੀਆ ਨੇ ਥੋੜੇ ਸਖਤ ਕਾਨੂੰਨ ਬਣਾਏ, ਪਰ ultimately but the legislation which was also designed to educate and sensitize police on rape cases has failed to stem the tide of violence। ਕਿ ਕਾਨੂੰਨ ਬਣਾ ਦਿੱਤਾ, ਕਾਨੂੰਨ ਲਾਗੂ ਕਿਹਨੇ ਕਰਨਾ? ਜਿਹੜੀ ਪੁਲਿਸ ਹੈ ਉਹ ਬਿਲਕੁਲ ਇਨਸੈਂਸਿਟਿਵ ਹੈ, ਉਹ ਲਾ ਬਣਾਉਣ ਦੇ ਨਾਲ ਵੀ ਕੋਈ ਫਰਕ ਨਹੀਂ ਪਿਆ, ਰਾਦਰ ਕੇਸ ਵੱਧਦੇ ਜਾ ਰਹੇ ਨੇ। ਐਂਡ the UN committee noted that 2013 law failed to criminalize sexual abuse of girls over the age of 15 provided they were married, in contradiction with legislation passed the previous year on child protection। ਕਿ ਪਿਛਲੇ ਸਾਲ ਇੱਕ ਚਾਈਲਡ ਪ੍ਰੋਟੈਕਸ਼ਨ ਦਾ ਲਾਅ ਬਣਾਇਆ, ਹੁਣ ਚਾਈਲਡ ਤਾਂ 18 ਸਾਲ ਤੱਕ ਹੈ, ਪਰ ਜਿਹੜਾ ਦੂਸਰਾ ਲਾਅ ਹੈ ਉਹ ਕਹਿੰਦਾ ਵੀ ਜੇ 15 ਸਾਲ ਤੋਂ ਵੱਧ ਦੀ ਬੱਚੀ ਨਾਲ ਇਹ ਰੇਪ ਹੁੰਦਾ ਹੈ ਤੇ ਉਹਦੇ ਥੱਲੇ ਨਹੀਂ ਆਂਦਾ ਜੇ ਉਹ ਵਿਆਹਤਾ ਹੋਏ, ਜੇ ਉਹ ਮੈਰਿਡ ਹੈ। ਹੁਣ ਇਹ ਤੁਸੀਂ ਕਿਵੇਂ ਇੱਕ ਕਾਨੂੰਨ ਦੂਜੇ ਨੂੰ ਕੱਟ ਰਿਹਾ? ਹੁਣ ਭਾਰਤ ਦੇ ਕਾਨੂੰਨ ਦੇ ਥੱਲੇ 18 ਸਾਲ ਤੋਂ ਘੱਟ ਮੈਰਿਜ ਨਹੀਂ ਹੋ ਸਕਦੀ। ਹੁਣ ਇਹਦਾ ਮਤਲਬ ਇਹ ਨਹੀਂ ਹੈ ਵੀ ਇਕੱਲੇ ਰੇਪ ਹੋ ਰਹੇ ਨੇ, ਕਿੰਨੀ ਵੱਡੀ ਗਿਣਤੀ 'ਚ ਚਾਈਲਡ ਮੈਰਿਜਸ ਹੁੰਦੀਆਂ ਨੇ। ਔਰ ਜਿਹੜੀ ਚਾਈਲਡ ਮੈਰਿਜਸ 15 ਸਾਲ ਤੋਂ ਵੱਧ ਉਮਰ ਦੀ ਬੱਚੀ ਹੈ, ਜੇ ਉਹਦਾ ਵਿਆਹ ਹੋਇਆ ਹੋਇਆ ਤਾਂ ਉਹਦੇ ਨਾਲ ਕੋਈ ਰੇਪ ਕਰਦਾ, ਉਸ ਕਾਨੂੰਨ ਦੇ ਥੱਲੇ ਹੀ ਨਹੀਂ ਆਂਦਾ। ਹੁਣ ਇਹ ਇਹਨਾਂ ਦੀ ਡੈਮੋਕ੍ਰੇਸੀ ਹੈ, ਜਿਹਨੂੰ ਇਹ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ ਕਹਿੰਦੇ ਨੇ। ਜੀ Mesmer said there were major concerns about the implementation gap between different federal and state laws, a lack of capacity to apply the rules and inadequate crime data। कि बहुत सारा अजे तक डाटा सामने नहीं आया, inadequate data। The UN committee also criticized comments from political leaders who have played down the problem। उन्होंने कहा भी एक पासे ਤਾਂ ਕਾਨੂੰਨ ਦੀ ਹਾਲਤ ਇਹ ਹੋ ਇਹ ਰਿਹਾ ਗਰਾਊਂਡ ਤੇ ਜਿਹੜੇ ਸਿਆਸੀ ਲੋਕ ਨੇ ਜਿਨ੍ਹਾਂ ਨੇ ਲੋਕਾਂ ਨੂੰ ਲੀਡ ਦੇਣੀ ਹੈ, ਕਾਨੂੰਨ ਬਣਾਉਣੇ ਨੇ, ਉਹਨਾਂ ਦੀਆਂ ਗੱਲਾਂ ਸੁਣ ਲਓ ਕਿ ਉਹ ਇਹ ਕੀ ਕਹਿੰਦੇ ਨੇ। Among them have been state ministers from Prime Minister Narendra Modi's ruling BJP party who have said that rapes happen accidentally or are sometimes right, sometimes wrong। ਇਹ ਹੁਣ ਮੋਦੀ ਜਿਹੜਾ ਅਬ ਕੀ ਬਾਰ ਮੋਦੀ ਆ ਗਿਆ, ਜਿਹੜੇ ਰੌਲਾ ਪਾਉਂਦੇ ਸੀ ਕਿ ਵੀ ਅਬ ਕੀ ਬਾਰ ਮੋਦੀ ਸਰਕਾਰ ਆ, ਮੋਦੀ ਦੇ ਵਜ਼ੀਰਾਂ ਦਾ ਹਾਲ ਦੇਖ ਲਓ। ਉਹ ਕਹਿੰਦੇ ਨੇ ਜੀ ਰੇਪ ਐਕਸੀਡੈਂਟਲੀ ਹੋ ਜਾਂਦਾ, ਕਈ ਵਾਰੀ ਉਹ ਠੀਕ ਹੁੰਦਾ, ਕਈ ਵਾਰੀ ਨਹੀਂ ਹੁੰਦਾ। ਹੁਣ ਇਹੀ ਜਿਨ੍ਹਾਂ ਦੀ ਪਾਰਟੀ ਪਾਵਰ 'ਚ ਆਈ ਹੈ RSS ਦੇ ਉੱਤੇ, RSS ਦਾ ਭਾਗਵਤ, ਉਹਦਾ ਔਨ ਰੈਕਰਡ ਹੈ ਕਿ ਵੀ ਰੇਪਸ ਹੈਪਨ ਇਨ ਅਰਬਨ ਇੰਡੀਆ, ਨਾਟ ਰੀਅਲ ਭਾਰਤ, ਕਿ ਪਿੰਡਾਂ 'ਚ ਨਹੀਂ ਹੁੰਦੇ। ਇਹ ਤੁਹਾਡੇ ਦਿੱਲੀ ਬੰਬਈ ਜਿਹੜੇ ਤੁਸੀਂ ਵਿਗੜੇ ਹੋਏ ਲੋਕ ਹੋ, ਵੈਸਟਰਨ ਵੈਲਿਊਜ਼ ਦੇ ਉਹਨਾਂ 'ਚ ਹੋ ਰਹੇ ਨੇ। ਹੁਣ ਆ ਯੂਪੀ 'ਚ, ਯੂਪੀ ਜਿਹੜੀ ਹੈ ਅਰਬਨ ਇੰਡੀਆ ਹੈ ਕਿ ਭਾਰਤ ਹੈ, ਇਹ ਭਾਗਵਤ ਔਰ ਉਹਦਾ ਚੇਲਾ ਇਹ ਮੋਦੀ ਦੱਸ ਸਕਦਾ ਜੀ। ਸੋ ਇਹ ਡਿਫੈਂਡ ਕਰਨ ਦੀ ਗੱਲ ਹੈ। ਔਰ ਕਿਸੇ ਨੇ ਕੋਈ ਹੋਰ ਕਿਹਾ, ਕਿਸੇ ਨੇ ਕੁਛ ਕਿਹਾ ਕਿ ਜੀ ਕੱਪੜੇ ਠੀਕ ਨਹੀਂ ਪਾਉਂਦੀਆਂ, ਕਿਸੇ ਨੇ ਕਿਹਾ ਜੀ 10 ਵਜੇ ਬਾਅਦ ਬਾਹਰ ਉੱਥੇ ਨੌਕਰੀ ਕਿਉਂ ਕਰਨ ਜਾਂਦੀ। ਸੋ ਇਸ ਕਿਸਮ ਦੇ ਬਿਆਨ ਜਿਹੜੇ ਨੇ ਉਹ ਜਸਟੀਫਾਈ ਬਜਾਏ ਕਿ ਗੁਨਾਹਗਾਰਾਂ ਨੂੰ ਸਜ਼ਾ ਦੇਣ ਦੀ ਗੱਲ ਹੋਏ, ਸੁਸਾਇਟੀ ਕਹੇ ਵੀ ਇਹਨਾਂ ਨੂੰ ਇਹਨਾਂ ਦਾ ਮੂੰਹ ਕਾਲਾ ਕਰਕੇ ਇਹਨਾਂ ਨੂੰ ਪੁੱਠੇ ਲਟਕਾਓ। ਜੀ ਜੀ। ਪਰ ਜਦੋਂ ਵਜ਼ੀਰ ਜਿਹੜੇ ਨੇ, ਜਿਹੜੇ ਗਵਰਨਮੈਂਟ ਜਿਨ੍ਹਾਂ ਨੇ ਲਾ ਐਨਫੋਰਸ ਕਰਨਾ ਹੈ, ਬਣਾਉਣਾ ਹੈ ਔਰ ਗਾਈਡਲਾਈਨਸ ਦੇਣੀ ਹੈ, ਔਰ ਹੁਣ ਮੋਦੀ ਦਾ ਵੀ ਇਹਨਾਂ ਨੇ ਮੈਂਸ਼ਨ ਕੀਤਾ ਵੀ ਮੋਦੀ ਕੀ ਕਹਿੰਦਾ। ਮੋਦੀ ਹੂ ਸਵੈਪਟ ਟੂ ਪਾਵਰ ਇਨ ਲਾਸਟ ਮੰਥਸ ਇਲੈਕਸ਼ਨਸ ਹੈਜ਼ ਪਲੈਜਡ ਟੂ ਇਨਕਰੀਜ਼ ਵੂਮਨ ਸਿਕਿਉਰਿਟੀ। ਕਿ ਉਹਨੇ ਆਪਣੇ ਚੋਣ ਮੈਨੀਫੈਸਟੋ 'ਚ ਤਾਂ ਕਿਹਾ ਸੀ ਕਿ ਜੇ ਅਸੀਂ ਔਰਤਾਂ ਦੀ ਸੁਰੱਖਿਆ ਵਧਾਵਾਂਗੇ। ਲਾਸਟ ਵੀਕ ਮੋਦੀ ਵਾਰਨਡ ਪੋਲੀਟੀਸ਼ੀਅਨਸ ਅਗੇਂਸਟ ਪੋਲੀਟੀਸਾਈਜ਼ਿੰਗ ਰੇਪ, ਸੇਇੰਗ ਦੇ ਵਰ ਪਲੇਇੰਗ ਵਿਦ ਦ ਡਿਗਨਿਟੀ ਆਫ ਵੂਮਨ। ਆਹ ਸੁਣ ਲਓ। ਹੁਣ ਜਦੋਂ ਲੋਕ ਰੌਲਾ ਪਾਉਂਦੇ ਨੇ ਕਿ ਵੀ ਆਹ ਹੋ ਰਿਹਾ, ਤੇ ਮੋਦੀ ਕਹਿੰਦਾ ਨਾ 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 ਇਹਦੇ 'ਤੇ ਸਿਆਸਤ ਨਾ ਕਰੋ, ਇਹਦੇ ਨਾਲ ਔਰਤਾਂ ਦੀ ਡਿਗਨਿਟੀ ਜਿਹੜੀ ਹੈ ਉਹ ਥੱਲੇ ਚਲੀ ਜਾਂਦੀ ਹੈ, ਉਹਨਾਂ ਦਾ ਔਰਤਾਂ ਦਾ ਜਿਹੜਾ ਸਵੈਮਾਨ ਦੇ ਖਿਲਾਫ ਹੈ, ਇਸ ਲਈ ਇਹਦਾ ਰੌਲਾ ਨਾ ਪਾਓ। ਮਤਲਬ ਇਹ ਹੈ ਵੀ ਹੁਣ ਰੌਲਾ ਪੈ ਰਿਹਾ, ਗੱਲ ਬਾਹਰ ਆ ਰਹੀ ਹੈ, ਇੰਟਰਨੈਸ਼ਨਲ ਬਦਨਾਮੀ ਹੋ ਰਹੀ ਹੈ। UN ਦੀ ਬਾਡੀ ਨੇ ਦੱਸ ਦਿੱਤਾ ਵੀ ਕਰਤੂਤ ਕੀ ਹੈ ਇਸ ਲਾਰਜੈਸਟ ਡੈਮੋਕ੍ਰੇਸੀ ਦੀ, ਔਰ ਇਹ ਜਿਹੜਾ ਹੈ ਉਹਨੂੰ ਕਹਿ ਰਿਹਾ ਵੀ ਪੋਲੀਟੀਸਾਈਜ਼ ਨਾ ਕਰੋ। ਐਂਡ ਦੇ ਵਿੱਚ ਇਸ ਕਮੇਟੀ ਨੇ ਕਿਹਾ ਦਾ UN ਕਮੇਟੀ ਆਲਸੋ ਅਰਜ ਇੰਡੀਆ ਟੂ ਟੇਕ ਇਮੀਡੀਏਟ ਮੈਜਰਸ ਟੂ ਪ੍ਰੀਵੈਂਟ ਫੀਮੇਲ ਇਨਫੈਂਟੀਸਾਈਡ। ਪਹਿਲਾਂ ਗੱਲ ਸਿਰਫ ਰੇਪ ਦੀ ਹੋਈ ਹੈ, ਉਹਨਾਂ ਨੇ ਕਿਹਾ ਜੰਮਦਿਆਂ ਕੁੜੀਆਂ ਨੂੰ ਕੁੱਖ 'ਚ ਮਾਰ ਦੇਣਾ। ਇਹ ਵੀ ਇੰਡੀਆ ਦਾ ਨੰਬਰ ਕਿਤੇ ਜ਼ਿਆਦਾ ਹੈ ਬਾਕੀਆਂ ਨਾਲੋਂ, ਕਿ ਵੀ ਇਹਨੂੰ ਬੰਦ ਕਰੋ ਫੀਮੇਲ ਇਨਫੈਂਟੀਸਾਈਡ ਨੂੰ। ਐਂਡ ਐਬੰਡਨਮੈਂਟ ਆਫ ਗਰਲਸ। ਹੁਣ ਪੰਜਾਬ ਦੇ ਵੀ ਸ਼ਹਿਰਾਂ ਦੇ ਵਿੱਚ ਭੰਗੂੜੇ ਰੱਖੇ ਹੋਏ ਨੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ, ਕਿੰਨੇ ਨੇ ਜਿਹੜੇ ਕੁੜੀਆਂ ਜੰਮਦੀਆਂ 2 ਤੋਂ ਤੀਜੀ ਜੰਮੀ ਜਾਂ ਕੋਈ ਅਦਰਵਾਈਜ਼ ਹੋਇਆ, ਉਹ ਆ ਕੇ ਨਿਆਣਾ ਉੱਥੇ ਰੱਖਦੇ। ਕਿੰਨੇ ਬੱਚੇ ਐਬੈਂਡੈਂਟ ਨੇ, ਉਹ ਫਿਰ ਔਰਫਨ ਜਿਹੜੇ ਯਤੀਮਖਾਨਿਆਂ 'ਚ ਪਲਦੀਆਂ ਨੇ, ਉਹਨਾਂ ਦੇ ਕਿੰਨੇ ਸਕੈਂਡਲ ਬਾਹਰ ਆਏ ਨੇ ਵੀ ਕਿਵੇਂ ਉਹਨਾਂ ਯਤੀਮਖਾਨਿਆਂ ਵਾਲੀਆਂ ਬੱਚੀਆਂ ਦੇ ਨਾਲ ਕੀ ਸਲੂਕ ਕਰਦੇ ਨੇ ਜਿਹੜੇ ਉਹਨਾਂ ਯਤੀਮਖਾਨਿਆਂ ਨੂੰ ਚਲਾਉਣ ਵਾਲੇ ਨੇ, ਔਰ ਜਿਹੜੇ ਫਿਰ ਪੋਲੀਟੀਸ਼ੀਅਨਸ ਔਰ ਪੁਲਿਸ ਦੇ ਨਾਲ ਜਿਨ੍ਹਾਂ ਦੀ ਨੈਕਸਸ ਬਣੀ ਹੋਈ ਹੈ।
जी। So the UN committee urged India to take immediate measures to prevent female infanticide and abandonment of girls and ensure implementation of rules against sex selective abortions. ਇੱਕ ਤਾਂ ਫੀਮੇਲ ਇਨਫੈਂਟੀਸਾਈਡ ਹੈ ਵੀ ਲਾ ਬਣਾਓ ਕਿ ਵੀ ਜਿਹੜਾ ਮੁੰਡਾ ਹੋਏਗਾ ਕਿ ਕੁੜੀ, ਸਾਡੇ ਵੀ ਤੁਰੇ ਹੁੰਦੇ ਨੇ ਇਸ ਮਾਮਲੇ 'ਚ ਤਾਂ ਕੋਈ ਅਸੀਂ ਕੋਈ ਗੁਰੂਆਂ ਦੇ ਉਪਦੇਸ਼ ਨੂੰ ਤਾਂ ਨਹੀਂ ਫੋਲੋ ਕਰਦੇ ਜੀ ਜੀ। ਹੁਣ ਸਾਡੇ ਰਹਿਤ ਨਾਮੇ ਸਾਨੂੰ ਯਾਦ ਕਰਵਾਉਂਦੇ ਨੇ ਕਿ ਕੁੜੀ ਮਾਰ ਨੜੀ ਮਾਰ ਨਾਲ ਨਹੀਂ ਵਰਤਣਾ। ਨੜੀ ਮਾਰ ਹੁੱਕਾ ਪੀਣ ਵਾਲੇ ਨੇ, ਕੁੜੀ ਮਾਰ ਉਹ ਨੇ ਜਿਹੜੇ ਕਿ ਜੰਮਦਿਆਂ ਕੁੜੀ ਨੂੰ ਮਾਰ ਦਿੰਦੇ ਸੀ ਤੇ ਅੱਜ ਜੰਮਣ ਤੋਂ ਪਹਿਲਾਂ ਕੁੱਖ 'ਚ ਹੀ ਮਾਰ ਦਿੰਦੇ ਨੇ ਜੀ। ਔਰ ਕਿੰਨਾ ਕੁ ਇਸ ਦੀ ਇੰਪਲੀਮੈਂਟੇਸ਼ਨ ਹੈਗੀ ਜੀ ਬਿਲਕੁਲ। ਔਰ ਕਿਉਂ ਜੇ ਕਿੰਨੀਆਂ ਹੁਣ ਫਿਲਮਾਂ ਵੀ ਬਣ ਰਹੀਆਂ, ਗੀਤ ਵੀ ਆ ਰਹੇ ਨੇ, ਕੁੜੀਆਂ ਦੀ ਲੋਹੜੀ ਮਨਾਓ, ਕੋਈ ਹੋਰ ਚੀਜ਼ਾਂ ਆ ਰਹੀਆਂ, ਪਰ ਤੁਸੀਂ ਸੁਸਾਇਟੀ ਦਾ ਟ੍ਰੈਂਡ ਦੇਖੋ ਵੀ ਜਿਸ ਘਰ ਦੇ ਵਿੱਚ 2-3 ਬੱਚੀਆਂ ਹੁੰਦੀਆਂ ਉਹਨਾਂ ਦੇ ਮਾਪਿਓ ਦਾ ਕੀ ਹਾਲ ਹੋ ਜਾਂਦਾ ਹੈ ਤੇ ਕਿਵੇਂ ਫਿਰ ਪ੍ਰੈਸ਼ਰ ਆਉਂਦਾ ਉਹਨਾਂ ਦੇ ਉੱਤੇ ਕੁੱਖ 'ਚ ਮਾਰਨ ਦਾ। ਸੋ ਇਹ ਜਿਹੜੀ ਹਕੀਕਤ ਹੈ ਔਰ ਅਨਫੋਰਚੂਨੇਟਲੀ ਅੱਜ ਜਿਸ ਪੋਲੀਟੀਕਲ ਸਿਸਟਮ ਦੇ ਕੋਲ ਪਾਵਰ ਆਈ ਹੈ ਮੋਦੀ ਦੇ ਥੱਲੇ, ਉਹ ਤਾਂ ਮਨੂ ਸੰਹਿਤਾ ਦੇ ਵਿੱਚ ਯਕੀਨ ਰੱਖਣ ਵਾਲੇ ਨੇ। ਮਨੂ ਦੇ ਜੇ ਕਦੇ ਤੁਸੀਂ ਮੇਰੇ ਨਾਲ ਬੈਠੇ ਹੋ, ਮੈਂ ਕੁਝ ਗੱਲਾਂ ਕਰ ਨਹੀਂ ਸਕਦਾ ਕਿ ਕਿਸ ਲੈਵਲ ਤੇ ਔਰਤ ਪ੍ਰਤੀ ਔਰ ਦੂਸਰੇ ਪ੍ਰਤੀ ਮਨੂ ਦੇ ਲਾਅ ਨੇ ਔਰ ਕੀ ਉਹਨਾਂ ਦੇ ਉਹਦੇ 'ਚ ਉਸ ਜਿਹੜਾ ਹਿੰਦੂ ਕਾਨੂੰਨ ਹੈ ਅੱਜ ਵੀ ਇੰਡੀਅਨ ਕਨਸਟੀਟਿਊਸ਼ਨ ਬੇਸ਼ੱਕ ਸੈਕੂਲਰ ਕਹੋ ਵੱਡਾ ਕਹੋ ਬਟ ਇਹਦੀ ਸਪਿਰਿਟ ਜਿਹੜੀ ਆ ਉਹ ਮਨੂ ਸੰਹਿਤਾ ਦੀ। ਔਰ ਮਨੂ ਨੇ ਜੋ ਔਰਤ ਬਾਰੇ ਕਿਹਾ ਉਹਨੂੰ ਇਹ ਮੰਨਦੇ ਨੇ। ਉਹਨੇ ਕਿਹਾ ਕਦੇ ਵੀ ਔਰਤ ਨੂੰ ਇਕੱਲੀ ਨਾ ਛੱਡੋ, ਜਦੋਂ ਛੋਟੀ ਹੈ ਪਿਓ, ਫਿਰ ਘਰ ਵਾਲਾ, ਫਿਰ ਪੁੱਤਰ, ਔਰ ਇਹ ਬਿਲਕੁਲ ਇਤਬਾਰ ਦੇ ਕਾਬਲ ਨਹੀਂ ਹੈ। ਔਰ ਹੋਰ ਇਸ ਕਿਸਮ ਦੇ ਮਨੂ ਦੀਆਂ ਜਿਹੜੀਆਂ ਬਦ ਅਖਲਾਕ ਜਿਹੜੀਆਂ ਨੇ ਉਸ ਕਿਸਮ ਦੀਆਂ ਉਸ ਦੀਆਂ ਲਿਖਤਾਂ ਨੇ ਜਿਹੜੀਆਂ ਕਿ ਔਰਤ ਨੂੰ ਇੱਕ ਜਸਟ ਕਮੋਡਿਟੀ, ਜਿਵੇਂ ਇੱਕ ਵਿਕਣ ਵਾਲੀ ਚੀਜ਼ ਹੈ ਜਿਹਦੇ 'ਚ ਜਿਹੜੀ ਸਿਰਫ ਇੱਕ ਚਾਈਲਡ ਪ੍ਰੋਡਿਊਸਿੰਗ ਮਸ਼ੀਨ ਹੈ, ਇਸ ਤੋਂ ਵੱਧ ਕੇ ਕੋਈ ਹੱਕ ਨਹੀਂ। ਉਹੀ ਵਿਦਿਆਨੰਦ ਦਾ ਪੜ੍ਹ ਲਓ, ਸਤਿਆਰਥ ਪ੍ਰਕਾਸ਼, ਆਰੀਆ ਸਮਾਜੀ ਦਾ। ਅਸੀਂ ਕਈ ਵਾਰੀ ਹੁਣ ਅੱਜ ਇਸ ਲਈ ਸਾਡੀ ਮੋਰਲ ਹਾਈ ਗਰਾਊਂਡ ਇਸ ਇਸ਼ੂ ਤੇ ਨਹੀਂ ਹੈ ਕਿ ਸਿੱਖ ਕੌਮ ਨੇ ਵੀ ਪ੍ਰੈਕਟੀਕਲੀ ਉਸ ਬਾਬੇ ਦੀ ਗੱਲ ਨੂੰ, ਬਾਬਾ ਨਾਨਕ ਸਾਹਿਬ ਦੀ, ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਔਰ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦੇ ਕੇ ਕੌਰ ਸ਼ਹਿਜ਼ਾਦੀਆਂ ਬਣਾਇਆ। ਜੇ ਅੱਜ ਅਸੀਂ ਹਾਇਰ ਮੋਰਲ ਗਰਾਊਂਡ ਤੇ ਖਲੋਤੇ ਹੁੰਦੇ, ਆਪਣੀਆਂ ਸਾਡੀਆਂ ਇਹ ਕਮਜ਼ੋਰ ਕਰਤੂਤਾਂ ਨਾ ਹੁੰਦੀਆਂ ਤੇ ਇਹਨਾਂ ਨੂੰ ਫਿਰ ਅਸੀਂ ਐਕਸਪੋਜ਼ ਵੀ ਕਰਦੇ। ਅਨਫੋਰਚੂਨੇਟਲੀ ਅਸੀਂ ਵੀ ਉਸ ਮਨੂ ਸਮਾਜ ਦੇ ਵਿੱਚ ਉਸ ਕਦਰ ਹੀ ਗਰਕੇ ਹੋਏ ਹਾਂ। ਔਰ ਅੱਜ ਬੱਚੀਆਂ ਜਿਹੜੀਆਂ ਨੇ ਉੱਥੇ 1 ਬਿਲੀਅਨ 300 ਮਿਲੀਅਨ ਦੀ ਆਬਾਦੀ ਦੇ ਵਿੱਚ ਹਰ 22 ਮਿੰਟ ਬਾਅਦ ਰੇਪ ਹੋ ਰਿਹਾ। ਵੀ ਉਹ ਰੇਪ ਹੈ ਜਿਹੜਾ ਰਿਪੋਰਟ ਹੁੰਦਾ ਜੀ ਜੀ, ਕਿੰਨੇ ਅਨਨੋਟਿਸ ਜਾ ਰਹੇ ਨੇ, ਉਸ ਦਾ ਕੋਈ ਹਿਸਾਬ ਕਿਤਾਬ ਨਹੀਂ। ਸੋ ਮੈਂ ਸਮਝਦਾ ਵੀ ਮੈਂ ਅੱਜ ਇਹੀ ਡਿਸਕਸ ਕਰਾਂਗਾ। ਇਹ ਬਹੁਤ ਟੱਚੀ ਇਸ਼ੂ ਸੀ ਜੀ ਜੀ, ਔਰ ਆਈ ਐਮ ਮਚ ਪੇਨਡ। ਮੈਨੂੰ ਇਹ ਤਕਲੀਫ ਹੈ ਇਸ ਗੱਲ ਦੀ ਕਿ ਵੀ ਕਿਸ ਕਦਰ ਜਿਹੜੀਆਂ ਨੇ ਸਾਡੀਆਂ ਮਾਵਾਂ, ਜੇ ਕਦੇ ਔਰ ਕਈ ਵਾਰ ਇਹ ਦੇਖਣ 'ਚ ਆਉਂਦਾ ਹੈ ਵੀ ਜੇ ਹੁਣ ਮਹਾਰਾਜਾ ਰਣਜੀਤ ਸਿੰਘ, ਕਦੇ ਉਹਦੀ ਮਾਂ ਰਾਜ ਕੌਰ, ਜਿਵੇਂ ਸਾਡਾ ਇਤਿਹਾਸ ਦੱਸਦਾ ਕਿ ਉਹਨੂੰ ਵੀ ਇਹ ਸਮਝ ਕੇ ਪੰਜਾਬ ਦੇ ਵਿੱਚ ਵੀ ਇੱਕ ਹੁੰਦਾ ਸੀ ਕਿ ਜਦੋਂ ਕੁੜੀਆਂ ਜ਼ਿਆਦਾ ਹੁੰਦੀਆਂ ਸੀ ਜਾਂ ਮੁੰਡਾ ਨਹੀਂ ਹੈ, ਉਹਨੂੰ ਘੜੇ 'ਚ ਪਾ ਕੇ ਇੱਕ ਉਹਦੇ 'ਚ ਗੁੜ ਰੱਖ ਦੇਣਾ, ਇੱਕ ਪੌਣੀ ਰੱਖ ਦੇਣੀ, ਫਿਰ ਇਹ ਕਹਿੰਦੇ ਸੀ ਕਿ ਲੈ ਗੁੜ ਖਾਈ ਪੌਣੀ ਕੱਤੀ ਆਪ ਨਾ ਆਵੀਂ ਵੀਰ ਨੂੰ ਘੱਲੀ, ਤੇ ਉਹ ਘੜਾ ਦੱਬ ਦਿੰਦੇ ਸੀ ਕਿ ਵੀ ਉਹਦੇ 'ਚ ਹੀ ਮਰ ਜਾਂਦੇ ਸੀ ਉਹ। ਔਰ ਜਿਵੇਂ ਇੱਕ ਆਂਦਾ ਹੈ ਕਿ ਉਹ ਘੜਾ ਦੱਬਿਆ ਸੀ ਕਿਤੇ ਜਿਹਦੇ 'ਚ ਇਹਦੀ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਸੀ, ਜਦੋਂ ਉਹ ਚਾਈਲਡ ਵਾਧੂ ਬੱਚੀ ਸਮਝ ਕੇ ਉਹਨਾਂ ਨੇ ਦੱਬਿਆ ਹੋਇਆ ਸੀ। ਉੱਥੋਂ ਕੋਈ ਗੁਰਮੁਖ ਪਿਆਰੇ ਲੰਘੇ, ਉਹਨਾਂ ਨੂੰ ਜਿਹੜਾ ਉਹਨਾਂ ਨੇ ਮਹਿਸੂਸ ਕੀਤਾ, ਆਪਣੇ ਅਨੁਭਵ ਨਾਲ ਕੀਤਾ, ਜਾਂ ਵੈਸੇ ਬੱਚੀ ਦੀ ਰੋਣ ਦੀ ਆਵਾਜ਼ ਆਈ, ਕੀ ਆਇਆ, ਉਹਨਾਂ ਨੇ ਉਸ ਦੀ ਖੁਦਾਈ ਕੀਤੀ ਔਰ ਜਿਹੜਾ ਉਸ ਨੂੰ ਕੱਢਿਆ ਉਹ ਰਾਜ ਕੌਰ ਸੀ ਜਿਹਦੀ ਕੁੱਖ ਚੋਂ ਮਹਾਰਾਜਾ ਰਣਜੀਤ ਸਿੰਘ ਜੰਮੇ। ਸੋ ਮੈਂ ਬਹੁਤ ਵਾਰੇ ਕਹਿੰਦਾ ਕਿ ਵੀ ਜੇ ਰਾਜ ਕੌਰ ਨਾ ਹੁੰਦੀ, ਉਹਨੂੰ ਮਾਰ ਦਿੱਤਾ ਸੀ, ਦੱਬਤਾ, ਤੇ ਰਣਜੀਤ ਸਿੰਘ ਨਾ ਹੁੰਦਾ। ਉਹ ਰਣਜੀਤ ਸਿੰਘ ਜਿਹਦੇ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਏ। ਔਰ ਅਸੀਂ ਕਿੰਨੇ, ਮੈਂ ਸਮਝਦਾ ਵੀ ਗੁਨਾਹਗਾਰ ਹੈ ਰੱਬ ਦੇ ਕਿ ਅਸੀਂ ਇਹ ਜਿਹੜੀ ਕਿ ਨੈਕਸਟ ਟੂ ਗੋਡ ਜਿਹਦਾ ਰੁਤਬਾ ਗੁਰੂ ਨੇ ਦਿੱਤਾ, ਅਸੀਂ ਕੁੱਖ 'ਚ ਮਾਰਦੇ ਹਾਂ, ਅਸੀਂ ਦੁਖੀ ਕਰਦੇ ਹਾਂ, ਅਸੀਂ ਦਾਜ ਦੇ ਬਹਾਨੇ ਘਰਾਂ ਦੇ ਵਿੱਚ ਕਿਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਹੈ, ਕਿਸ ਕਿਸਮ ਦੇ ਵਾਕਿਆਤ ਜਿਹੜੇ ਨੇ ਆਉਂਦੇ ਨੇ, ਅਖਬਾਰਾਂ 'ਚ ਭਰੇ ਹੁੰਦੇ ਨੇ ਕਿ ਕਿਉਂ ਜਿਹੀਆਂ ਕਰਤੂਤਾਂ ਅਸੀਂ ਕਰ ਰਹੇ ਹਾਂ, ਔਰ ਫਿਰ ਵੀ ਅਸੀਂ ਆਪਣੇ ਆਪ ਨੂੰ ਜਿਹੜਾ ਉਹ ਸਿੱਖ ਕਹਾਉਂਦੇ ਹਾਂ ਕਿ ਜੀ ਅਸੀਂ ਸਿੱਖ ਹਾਂ। ਸੋ ਇਹੀ ਸ਼ਬਦ ਮੈਂ ਕਹਿੰਦਾ, ਹੋਰ ਮੈਂ ਕੀ ਕਹਾਂ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣਾ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।